ਹਾਂਜੀ ਸਾਥੀਓ, ਮੈਂ ਹਾਂ ਤੁਹਾਡਾ ਆਪਣਾ ਸਾਥੀ ਰਣਜੀਤ ਰਾਣਾ। ਲਾਲ ਸਲਾਮ ਸਾਰਿਆਂ ਨੂੰ। ਅੱਜ ਆਪਾਂ ਅਗਲਾ ਐਪੀਸੋਡ ਨੰਬਰ 14 ਰਿਕਾਰਡ ਕਰਾਂਗੇ। ਪਿਛਲੇ ਐਪੀਸੋਡ ਦੇ ਵਿੱਚ ਆਪਾਂ 25 ਅਕਤੂਬਰ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ ਅਤੇ ਉਸ ਦਿਨ ਦੇ ਐਂਡ ਤੱਕ ਆਪਾਂ ਘਟਨਾਵਾਂ ਦਾ ਜ਼ਿਕਰ ਕਰਕੇ ਬੰਦ ਕਰ ਦਿੱਤਾ ਸੀ। ਉਸ ਦਿਨ ਤਕਰੀਬਨ ਸਾਰੇ ਪੰਜਾਬ ਦੇ ਯੂਨੀਵਰਸਿਟੀਆਂ, ਕਾਲਜ ਗੌਰਮੈਂਟ ਨੇ ਬੰਦ ਕਰ ਦਿੱਤੇ ਸੀ ਅਤੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਸੀ। ਅਤੇ ਉਸ ਆਉਣ ਵਾਲੇ ਦਿਨਾਂ ਦੇ ਵਿੱਚ ਤਕਰੀਬਨ ਸਾਰੇ ਪੰਜਾਬ ਦੀ ਲੀਡਰਸ਼ਿਪ ਅੰਡਰਗਰਾਊਂਡ ਹੋ ਚੁੱਕੀ ਸੀ ਜਾਂ ਅਰੈਸਟ ਹੋ ਚੁੱਕੀ ਸੀ, ਅਤੇ ਜਿਸ ਵਿੱਚ ਕੋਈ ਬਹੁਤੀਆਂ ਐਕਟੀਵਿਟੀਜ਼ ਨਹੀਂ ਚੱਲੀਆਂ। ਲੇਕਿਨ ਲੀਡਰਸ ਦੀ ਆਗੂਆਂ ਦੀ ਫੜੋ ਫੜਾਈ ਅਤੇ ਉਹ ਦਮਨ ਜੋ ਪੁਲਿਸ ਦਾ ਸੀ, ਉਹ ਪਿੰਡਾਂ 'ਚ ਛਾਪੇ, ਘਰਾਂ 'ਚ ਛਾਪੇ, ਕਾਲਜਾਂ 'ਚ ਛਾਪੇ, ਉਹ ਚੱਲਦਾ ਰਿਹਾ। ਅਤੇ ਇਸ ਕਰਕੇ ਜੋ ਵੀ ਕੋਈ ਜੋ ਵੀ ਐਕਟੀਵਿਟੀ ਸੀ ਉਹ ਅੰਡਰਗਰਾਊਂਡ ਸੀ, ਜਿਸ ਵਿੱਚ ਮੀਟਿੰਗਾਂ ਵਗੈਰਾ ਜਾਂ ਹੋਰ ਕੋਈ ਤਾਂ ਸੰਭਵ ਸੀ, ਲੇਕਿਨ ਕੋਈ ਓਪਨ ਐਕਟੀਵਿਟੀ ਸੰਭਵ ਨਹੀਂ ਸੀ। ਤਾਂ ਅਗਲੇ ਤਕਰੀਬਨ 3 ਹਫ਼ਤੇ ਦੇ ਕਰੀਬ ਇਹ ਕਾਲਜ ਯੂਨੀਵਰਸਿਟੀਆਂ ਬੰਦ ਰਹੀਆਂ। ਇਸ ਦੇ ਵਿੱਚ ਜੋ ਜੁਡੀਸ਼ੀਅਲ ਇਨਕੁਆਇਰੀ ਚੀਫ ਮਿਨਿਸਟਰ ਨੇ ਬਿਠਾਈ ਸੀ, ਉਹ ਵੀ ਚੱਲਦੀ ਰਹੀ ਅਤੇ ਉਹਦੇ ਵੀ ਕੁਛ ਸਿੱਟੇ ਸਾਹਮਣੇ ਆਏ। ਕੁਛ ਜੋ ਅਫਵਾਹਾਂ ਜਾਂ ਇਹ ਕਹਿ ਲਓ ਕਿ ਖਬਰਾਂ ਬਣ ਕੇ ਸਾਹਮਣੇ ਆਈਆਂ ਸੀ ਅਤੇ ਬਾਅਦ ਵਿੱਚ ਅਫਵਾਹਾਂ ਸਾਬਤ ਹੋਈਆਂ, ਉਹਨਾਂ ਦੇ ਬਾਰੇ ਵੀ ਪਤਾ ਲੱਗਿਆ। ਅਤੇ ਅਲਟੀਮੇਟਲੀ ਇਹ ਹੈ ਕਿ ਤਕਰੀਬਨ 3 ਹਫ਼ਤੇ ਦੇ ਬਾਅਦ, ਜਿਸ ਦਾ ਮਤਲਬ ਇਹ ਹੈ ਕਿ ਮਿਡ ਨਵੰਬਰ ਤੱਕ ਇਹ ਚੀਜ਼ਾਂ ਕੁਛ ਸਾਫ਼ ਹੋ ਕੇ ਸਾਹਮਣੇ ਆਈਆਂ, ਜਿਸ ਦੇ ਵਿੱਚੋਂ ਜੋ ਜੁਡੀਸ਼ੀਅਲ ਇਨਕੁਆਇਰੀ ਦਾ ਸੀ ਉਹਦੇ ਵਿੱਚ ਅੰਤ ਤਾਂ ਉਹਦਾ ਉਸੇ ਤਰ੍ਹਾਂ ਹੀ ਹੋਇਆ ਵੀ ਜਿਸ ਤਰ੍ਹਾਂ ਪੁਲਿਸ ਦਾ ਕੋਈ ਦੋਸ਼ ਨਹੀਂ ਹੁੰਦਾ ਅਤੇ ਕੋਈ ਗਵਾਹ ਜਿਹੜੇ ਆ ਬਹੁਤੇ ਸਾਹਮਣੇ ਨਹੀਂ ਆਉਂਦੇ, ਕੋਈ ਔਰਗਨਾਈਜ਼ਡ ਜਾਂ ਕੋਈ ਲੀਗਲ ਵੇ ਨਾਲ ਉਸ ਨੂੰ ਆਮ ਜਨਤਾ ਵੱਲੋਂ ਪਰਸਿਊ ਨਹੀਂ ਕੀਤਾ ਜਾਂਦਾ। ਬਾਕੀ ਗੌਰਮੈਂਟ ਦਾ ਜੋ ਸਿਸਟਮ ਹੁੰਦਾ ਉਹ ਤਾਂ ਇਨ ਪਲੇਸ ਹੁੰਦਾ ਹੀ ਆ, ਅਤੇ ਉਹ ਜ਼ਿਆਦਾਤਰ ਸੱਚਾਈ ਲੱਭਣ ਲਈ ਨਹੀਂ ਹੁੰਦਾ, ਆਪਣਿਆਂ ਨੂੰ ਬਚਾਉਣ ਵਾਸਤੇ ਹੁੰਦਾ। ਲੇਕਿਨ ਕੁਛ ਚੀਜ਼ਾਂ ਜਿਹੜੀਆਂ ਉਹਦੇ 'ਚ ਸਾਹਮਣੇ ਆਈਆਂ ਅਤੇ ਅਦਰਵਾਈਜ਼ ਵੀ ਜਦੋਂ ਡਸਟ ਸੈਟਲ ਹੋਈ ਅਤੇ ਉਹਦੇ ਨਾਲ ਸਪਸ਼ਟ ਹੋਈਆਂ, ਉਹ ਸੀ ਕਿ ਮੌਤਾਂ ਕਿੰਨੀਆਂ ਹੋਈਆਂ, ਕਿਸ ਤਰ੍ਹਾਂ ਹੋਈਆਂ, ਅਤੇ ਜੋ ਅਖਬਾਰਾਂ ਦੀਆਂ ਖਬਰਾਂ ਸੀ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਸੀ। ਅੰਤ ਵਿੱਚ ਤਕਰੀਬਨ 3 ਹਫ਼ਤੇ ਦੇ ਬਾਅਦ ਇਹ ਚੀਜ਼ ਸਾਬਤ ਹੋਈ ਵੀ 5 ਤਰੀਕ ਨੂੰ 3 ਮੌਤਾਂ ਹੋਈਆਂ, ਜਿਹਦੇ ਵਿੱਚ ਪਹਿਲਾ ਵਿਦਿਆਰਥੀ ਸੀ ਹਰਜੀਤ ਸਿੰਘ ਚੜਿੱਕ ਪਿੰਡ ਤੋਂ, ਜੋ DM ਕਾਲਜ ਮੋਗਾ ਦਾ ਵਿਦਿਆਰਥੀ ਸੀ, ਉਹ ਸ਼ਹੀਦ ਹੋਇਆ। ਉਸ ਦਾ ਸਾਥੀ ਸਵਰਨ ਸਿੰਘ, ਉਹ ਵੀ ਚੜਿੱਕ ਪਿੰਡ ਤੋਂ ਸੀ ਅਤੇ ਉਹ ਵੀ DM ਕਾਲਜ ਦਾ ਵਿਦਿਆਰਥੀ ਸੀ, ਉਹ ਸ਼ਹੀਦ ਹੋਇਆ। ਅਤੇ ਤੀਸਰਾ ਜੋ ਇੱਕ ਅਣਪਛਾਤਾ ਵਿਦਿਆਰਥੀ ਜਾਂ ਕੋਈ ਪਰਸਨ ਸ਼ਹੀਦ ਹੋਇਆ, ਉਹ ਮੇਰਾ ਖਿਆਲ ਵੀ ਉਹ ਜੋ ਪੁਲਿਸ ਨੇ ਮੋਗਾ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ, ਉਹ ਉਸ ਦੀ ਹੋ ਸਕਦੀ ਹੈ। ਲੇਕਿਨ ਉਹਦੀ ਕਦੇ ਮੇਰੀ ਨੌਲੇਜ ਦੇ ਵਿੱਚ ਪੁਸ਼ਟੀ ਨਹੀਂ ਹੋਈ ਸੀ ਕਿ ਉਹ ਇਨਸਾਨ ਕੌਣ ਸੀ ਜੋ ਉਸ ਦਿਨ ਸ਼ਹੀਦ ਹੋਇਆ। ਅਤੇ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਤਾਂ ਜੋ ਕਾਂਗਰਸੀ ਲੀਡਰ ਸੀ ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਰਿਹਾ। ਹਰ ਥਾਂ 'ਤੇ ਉਹਨਾਂ ਦਾ ਘਿਰਾਓ, ਉਹਨਾਂ ਦੇ ਪੁੱਛ ਗਿੱਛ, ਜਿੱਥੇ ਵੀ ਕਿਤੇ 4 ਬੰਦੇ ਮਿਲਦੇ ਸੀ ਤਾਂ ਉਹਨਾਂ ਨੂੰ ਸਵਾਲ ਕਰਦੇ ਸੀ ਕਿ ਇਹ ਜੋ ਕੁਛ ਤੁਸੀਂ ਕਰ ਰਹੇ ਹੋ ਅਤੇ ਜਾਂ ਕੀਤਾ ਗੌਰਮੈਂਟ ਨੇ, ਇਹਦੀ ਜ਼ਿੰਮੇਵਾਰੀ ਕਿਸ ਸਿਰ ਹੈ ਅਤੇ ਇਹਦਾ ਤੁਸੀਂ ਕੀ ਸਪਸ਼ਟ ਜਵਾਬ ਦਿੰਦੇ ਹੋ। ਅਤੇ ਉਹ ਤਕਰੀਬਨ ਹਰ ਥਾਂ ਘਿਰਦੇ ਨਜ਼ਰ ਆਉਂਦੇ ਸੀਗੇ। ਅਲਟੀਮੇਟਲੀ ਜਦੋਂ ਮਿਡ ਨਵੰਬਰ ਦੇ ਵਿੱਚ ਦੁਬਾਰਾ ਯੂਨੀਵਰਸਿਟੀ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਮੰਗਾਂ ਕੁਛ ਬਦਲ ਚੁੱਕੀਆਂ ਸੀ। ਉਹਨਾਂ ਨੂੰ ਸਜ਼ਾ ਦੇਣ ਦੀ ਤਾਂ ਮੰਗ ਨਾਲ ਦੀ ਨਾਲ ਸੀ, ਚਾਹੇ ਸਟੂਡੈਂਟ ਗਿਣਤੀ ਸ਼ਹੀਦਾਂ ਦੀ ਘੱਟ ਗਈ ਸੀ, ਲੇਕਿਨ ਉਹ ਮੰਗ ਕਾਇਮ ਸੀ। ਉਸ ਦੇ ਨਾਲ ਹੋਰ ਜੋ ਮੰਗਾਂ ਜਮ੍ਹਾਂ ਹੋਈਆਂ ਉਹ ਸੀ ਕਿ ਜੋ ਵੀ ਵਿਦਿਆਰਥੀ ਕਾਰਕੁਨ ਅਤੇ ਵਿਦਿਆਰਥੀ ਆਗੂ ਅਰੈਸਟ ਹੋਏ ਆ, ਉਹਨਾਂ ਨੂੰ
ਰਿਹਾ ਕੀਤਾ ਜਾਵੇ। ਬਾਕੀ ਯੂਨੀਵਰਸਿਟੀ ਦੇ ਸਪੈਸੀਫਿਕ ਮੰਗਾਂ ਸ਼ੁਰੂ ਹੋ ਗਈਆਂ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਇੱਕ ਸਿਸਟਮ ਹੈ ਜਿਹੜਾ ਉਹ ਟਰਾਈਮੈਸਟਰ ਸਿਸਟਮ ਹੈ। ਬਾਕੀ ਸਾਰੇ ਪੰਜਾਬ ਵਿੱਚ ਜਾਂ ਤਾਂ ਸਮੈਸਟਰ ਸਿਸਟਮ ਸੀ, ਜਿਵੇਂ ਇੰਜੀਨੀਅਰਿੰਗ ਕਾਲਜ ਅਤੇ ਮੈਡੀਕਲ ਕਾਲਜਾਂ ਦੇ ਵਿੱਚ, ਅਤੇ ਦੂਸਰਿਆਂ ਥਾਵਾਂ 'ਤੇ ਐਨੂਅਲ ਸਿਸਟਮ ਸੀ, ਜਿਹਦੇ ਵਿੱਚ ਇੰਨੀ ਕੁ ਜਿਹੜੀ ਐਬਸੈਂਸ ਹੈ ਉਹ ਕਿਸੇ ਤਰ੍ਹਾਂ ਮੈਨੇਜ ਹੋ ਜਾਂਦੀ ਹੈ, ਜਾਂ ਉੱਥੇ ਕੁਛ ਬਫਰ ਜ਼ਿਆਦਾ ਹੁੰਦਾ। ਪਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਟਰਾਈਮੈਸਟਰ ਸਿਸਟਮ ਹੋਣ ਕਰਕੇ ਅਤੇ ਇੱਥੇ ਕੋਈ ਬਹੁਤੀ ਗੁੰਜਾਇਸ਼ ਨਹੀਂ ਸੀ ਇਹਨਾਂ ਚੀਜ਼ਾਂ ਦੇ ਵਿੱਚ ਟਾਈਮ ਐਡਜਸਟ ਕਰਨ ਦੀ। ਤਾਂ ਇਹ ਸਵਾਲ ਪੈਦਾ ਹੋਇਆ ਕਿ ਇਸ ਟਰਾਈਮੈਸਟਰ ਦੇ ਸਿਸਟਮ ਵਿੱਚ ਚੀਜ਼ਾਂ ਕਿਵੇਂ ਐਡਜਸਟ ਕੀਤੀਆਂ ਜਾਣ। ਵਿਦਿਆਰਥੀਆਂ ਦਾ ਜ਼ੋਰ ਸੀ ਕਿ ਸਾਡਾ ਕੋਈ ਵੀ ਟਰਾਈਮੈਸਟਰ ਹੈ ਜਿਹੜਾ ਉਹ ਡਰੋਪ ਨਾ ਕੀਤਾ ਜਾਵੇ, ਅਤੇ ਇਹਦੇ ਵਿੱਚ ਜੋ ਵੀ ਇਹ ਸਮੈਸਟਰ ਜਿੰਨਾ ਅਸੀਂ ਪੜ੍ਹਿਆ ਸੀ, ਟਰਾਈਮੈਸਟਰ ਜਿੰਨਾ ਅਸੀਂ ਪੜ੍ਹਿਆ ਸੀ, ਉਹਦੀਆਂ ਕਿਤਾਬਾਂ, ਉਹਦੇ ਨੋਟਸ ਅਤੇ ਉਹਦਾ ਜੋ ਕਮਰਿਆਂ ਦੀ ਤਲਾਸ਼ੀ ਦੇ ਵਿੱਚ ਅਤੇ ਇਸ ਗੈਰ ਹਾਜ਼ਰੀ ਦੇ ਵਿੱਚ ਬਹੁਤ ਕੁਛ ਨਸ਼ਟ ਹੋ ਚੁੱਕਾ ਸੀ, ਗੁਆਚ ਚੁੱਕਾ ਸੀਗਾ। ਅਤੇ ਇਹ ਮੰਗ ਦੇ ਤੌਰ 'ਤੇ ਸਾਹਮਣੇ ਆਇਆ ਕਿ ਸਾਡਾ ਟਰਾਈਮੈਸਟਰ ਬਚਾਇਆ ਜਾਵੇ। ਅਤੇ ਲੇਕਿਨ ਅਕੈਡੈਮਿਕ ਕੌਂਸਲ ਇਹ ਕਹਿ ਰਹੀ ਸੀਗੀ ਕਿ ਤੁਹਾਡਾ ਟਰਾਈਮੈਸਟਰ ਨਹੀਂ ਬਚਾਇਆ ਜਾ ਸਕਦਾ। ਇਸ ਦੇ ਸੰਬੰਧ ਵਿੱਚ ਵੀ ਐਜੀਟੇਸ਼ਨ ਚੱਲਦੀ ਰਹੀ, ਅਤੇ ਅਲਟੀਮੇਟਲੀ ਇਸ ਗੱਲ 'ਤੇ ਆ ਕੇ ਸਟੂਡੈਂਟਸ ਦੀ ਮੰਗ ਮੰਨੀ ਗਈ ਕਿ ਜੋ ਕੋਰਸ ਰਹਿੰਦਾ ਉਸ ਨੂੰ 1 ਹਫ਼ਤੇ ਦੇ ਵਿੱਚ ਪੂਰਾ ਕੀਤਾ ਜਾਵੇ, ਅਤੇ ਜੋ ਨੋਟਸ ਅਤੇ ਜੋ ਕੁਛ ਪੁਰਾਣੀਆਂ ਕਲਾਸਾਂ ਦਾ ਨਸ਼ਟ ਹੋ ਗਿਆ ਸੀ ਰੈਕੋਰਡ, ਉਸ ਨੂੰ ਜਿਹੜੇ ਟੈਸਟ ਹੋ ਗਏ ਸੀ ਉਹ ਬਰਕਰਾਰ ਰੱਖੇ ਜਾਣ, ਲੇਕਿਨ ਨਾਲ ਜਿਹੜਾ ਇੱਕ ਗ੍ਰੇਡਿੰਗ ਸਿਸਟਮ ਬਦਲਿਆ ਜਾਵੇ। ਉਹ ਗ੍ਰੇਡਿੰਗ ਸਿਸਟਮ ਬਦਲਣ ਦਾ ਮਤਲਬ ਕੀ ਹੈ ਕਿ ਗ੍ਰੇਡ ABCD ਦੇਣ ਦੀ ਬਜਾਏ ਉਸ ਨੂੰ SUS, ਜਿਸ ਦਾ ਮਤਲਬ ਸੈਟਿਸਫੈਕਟਰੀ, ਅਨਸੈਟਿਸਫੈਕਟਰੀ ਗ੍ਰੇਡ ਦਿੱਤੇ ਜਾਣ, ਅਤੇ ਉਸ ਦੇ ਨਾਲ ਹੀ ਅੱਗੇ ਪ੍ਰਮੋਟ ਕੀਤਾ ਜਾਵੇ। ਔਰ S ਅਤੇ US ਦਾ ਕ੍ਰਾਈਟੀਰੀਆ ਵੀ ਇਹ ਸੀ ਕਿ ਇਹ ਸਟੂਡੈਂਟ ਦੀ ਚੋਇਸ ਹੋਏਗੀ ਵੀ ਉਹਨੇ S ਲੈਣਾ, US ਲੈਣਾ, ਜਾਂ ਗ੍ਰੇਡਿੰਗ ਲੈਣਾ, ABCD ਸਿਸਟਮ ਲੈਣਾ। ਇਹ ਉਹਨਾਂ ਦੀ ਚੋਇਸ 'ਤੇ ਨਿਰਭਰ ਕਰਦਾ ਸੀਗਾ। ਸੋ ਇਹ ਚੀਜ਼ ਵੀ ਮੰਨੀ ਗਈ, ਅਤੇ ਜਿਹੜਾ ਉਸ ਤੋਂ ਬਾਅਦ ਵਿੱਚ ਕੋਰਸ ਦਾ 1 ਹਫ਼ਤੇ ਦੇ ਵਿੱਚ ਉਹ ਕੋਰਸ ਕਵਰ ਕਰਨਾ ਸੀ, ਸਿਰਫ ਜਿਹੜਾ ਫਾਈਨਲ ਟੈਸਟ ਆ ਉਸੇ ਦੇ ਵਿੱਚੋਂ ਹੀ ਹੋਣਾ ਸੀ। ਸੋ ਇਹ ਸੀ। ਇਸ ਦੇ ਨਾਲ ਦੂਸਰੀ ਜੋ ਡਿਮਾਂਡ ਸੀ ਉਹ ਇਹ ਸੀਗੀ ਕਿ ਬਾਕੀ ਅਗਲੇ ਟਰਾਈਮੈਸਟਰ ਹੈ ਜਿਹੜੇ, ਉਹਨਾਂ ਦੇ ਆਵਰਸ, ਸਟੱਡੀ ਆਵਰਸ ਕਿਸ ਤਰ੍ਹਾਂ ਐਡਜਸਟ ਕੀਤੇ ਜਾਣ। ਅਤੇ ਯੂਨੀਵਰਸਿਟੀ ਅਥਾਰਟੀਜ਼, ਜਿਸ ਵਿੱਚ ਅਕੈਡੈਮਿਕ ਕੌਂਸਲ, ਇਸ ਗੱਲ ਲਈ ਤਿਆਰ ਨਹੀਂ ਸੀ ਵੀ ਉਹ ਕਿਸੇ ਤਰ੍ਹਾਂ ਵੀ ਐਡਜਸਟ ਕੀਤੇ ਜਾ ਸਕਦੇ ਆ। ਪਰ ਉੱਥੇ ਮੈਂ ਇੱਕ ਬ੍ਰਿਲੀਅੰਸ ਸਮਝਦਾ PSU ਲੀਡਰਸ਼ਿਪ ਦੀ, ਜਿਨ੍ਹਾਂ ਨੇ ਉਸ ਦਾ ਆਲਟਰਨੇਟਿਵ ਕੈਲੰਡਰ ਪੇਸ਼ ਕੀਤਾ, ਜਿਹਦੇ ਵਿੱਚ ਸਾਰੇ ਘੰਟੇ ਐਡਜਸਟ ਕੀਤੇ, ਸਾਰੇ ਕੋਰਸ ਐਡਜਸਟ ਕੀਤੇ, ਅਤੇ ਉਸ ਨੂੰ ਕੰਡੈਂਸ ਕਰਕੇ ਅਗਲੇ 2 ਟਰਾਈਮੈਸਟਰ ਦਾ ਸਿਸਟਮ ਜੋ ਐਜੂਕੇਸ਼ਨ ਕੁਰੀਕੁਲਮ ਅਤੇ ਉਸ ਦਾ ਕੈਲੰਡਰ ਪੇਸ਼ ਕੀਤਾ ਵੀ ਇਸ ਦੇ ਅਕੋਰਡਿੰਗਲੀ ਇਹ ਚਲਾਇਆ ਜਾ ਸਕਦਾ, ਜਿਹਦੇ ਵਿੱਚ ਜੋ ਬ੍ਰੇਕਸ ਹੁੰਦੀਆਂ ਟਰਾਈਮੈਸਟਰ ਦੇ ਵਿੱਚ ਉਹ ਖ਼ਤਮ ਕੀਤੀਆਂ ਗਈਆਂ, ਹੋਰ ਕੁਛ ਛੁੱਟੀਆਂ ਖ਼ਤਮ ਕੀਤੀਆਂ ਗਈਆਂ। ਅਤੇ ਇਹ ਸਾਰਾ ਘਟਨਾਕ੍ਰਮ ਇਹ ਓਪਨ ਡਿਬੇਟ ਦੇ ਵਿੱਚ ਪਾਲ ਆਡੀਟੋਰੀਅਮ ਦੇ ਵਿੱਚ, ਅਤੇ ਅਕੈਡੈਮਿਕ ਕੌਂਸਲ ਉਸ ਦੇ ਨਾਲ ਡਿਸਕਸ਼ਨ ਦੇ ਵਿੱਚ ਇਹ ਪੇਸ਼ ਕੀਤਾ ਗਿਆ। ਅਤੇ ਅਲਟੀਮੇਟਲੀ ਇਹ ਆ ਕਿ ਸਟੂਡੈਂਟਸ ਔਰਗੇਨਾਈਜੇਸ਼ਨ ਅਤੇ ਉਹਦੇ ਕਾਰਕੁਨ ਜਿਹੜੇ ਸੀ ਉਹ ਜ਼ਿਆਦਾ ਐਫੀਸ਼ੀਐਂਟ ਸਾਬਤ ਹੋਏ ਅਕੈਡੈਮਿਕ ਕੌਂਸਲ ਨਾਲੋਂ ਅਤੇ ਯੂਨੀਵਰਸਿਟੀ ਅਥਾਰਟੀਜ਼ ਨਾਲੋਂ। ਅਤੇ ਅਲਟੀਮੇਟਲੀ ਇਹ ਸਾਰਾ ਕੁਛ ਜਦੋਂ ਕਲੀਅਰ ਹੋ ਗਿਆ ਅਤੇ ਯੂਨੀਵਰਸਿਟੀ ਦੇ ਵਿੱਚ ਇਹ ਇੱਕ ਪੇਜ ਦੇ ਉੱਪਰ ਸਾਰੇ ਸਹਿਮਤ ਹੋ ਗਏ, ਜਿਸ ਵਿੱਚੋਂ ਅਥਾਰਟੀਜ਼ ਵੀ ਅਤੇ ਸਟੂਡੈਂਟਸ ਵੀ। ਅਤੇ ਇਸ ਗੱਲ ਦਾ ਮੈਂ ਪਹਿਲਾਂ ਜ਼ਿਕਰ ਵੀ ਕਰ ਚੁੱਕਾ ਹਾਂ ਪੁਰਾਣੀਆਂ ਵੀਡੀਓਜ਼ ਦੇ ਵਿੱਚ, ਕਿ ਜਦੋਂ ਫਾਈਨਲ ਵਾਈਸ ਚਾਂਸਲਰ ਵੱਲੋਂ ਇਹ ਕਾਲ ਦਿੱਤੀ ਗਈ ਕਿ ਕੱਲ੍ਹ ਨੂੰ ਤੁਸੀਂ
ਆਪਣੇ ਕਲਾਸਾਂ ਸ਼ੁਰੂ ਕਰੋ। ਅਤੇ ਪ੍ਰਿਥੀਪਾਲ ਰੰਧਾਵੇ ਨੇ ਕਿਹਾ ਕਿ ਵੀ ਅਸੀਂ ਜਾ ਕੇ ਹੋਸਟਲ ਆਪਣੀ ਮੀਟਿੰਗ ਕਰਾਂਗੇ ਅਤੇ ਫਿਰ ਉਸ ਦਾ ਫੈਸਲਾ ਕਰਾਂਗੇ। ਅਸੀਂ ਹੋਸਟਲ ਗਏ, ਸ਼ਾਮ ਨੂੰ ਮੀਟਿੰਗ ਹੋਈ ਅਤੇ ਉਸ ਮੀਟਿੰਗ ਦੇ ਵਿੱਚ ਇਹੀ ਫੈਸਲਾ ਕੀਤਾ ਕਿ ਅਸੀਂ ਕੱਲ੍ਹ ਤੋਂ ਕਲਾਸਾਂ ਲਾਵਾਂਗੇ। ਸੋ ਉਹ ਫੈਸਲਾ ਸਾਡਾ ਸੀ। ਸੋ ਇਸ ਤਕਰੀਬਨ ਜੋ 1.5-2 ਮਹੀਨੇ ਦੀ ਦਸੰਬਰ ਦਾ ਸ਼ੁਰੂ ਆ ਗਿਆ ਸੀ, 2 ਮਹੀਨੇ ਤਕਰੀਬਨ ਹੋ ਚੁੱਕੇ ਸੀ। ਅਤੇ ਇਹਦੇ ਵਿੱਚ ਇਹ ਚੀਜ਼ਾਂ ਕੁਛ ਸਪਸ਼ਟ ਹੋਈਆਂ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੀ ਲੀਡਰਸ਼ਿਪ ਨੇ ਇਸ ਆਰਗੇਨਾਈਜੇਸ਼ਨ ਨੂੰ ਵਧੀਆ ਤਰ੍ਹਾਂ ਚਲਾਇਆ, ਅਤੇ ਉਨੀ ਵਧੀਆ ਤਰ੍ਹਾਂ ਉਨਾ ਚਿਰ ਚਲਾਇਆ ਜਿੰਨਾ ਚਿਰ ਵੀ ਪਬਲਿਕ ਤਿਆਰ ਸੀ, ਸਟੂਡੈਂਟ ਚਾਹੁੰਦੇ ਸੀ ਅਤੇ ਸਾਡੇ ਕੋਲੇ ਲੜਨ ਦੇ ਮੁੱਦੇ ਸੀ। ਉਹਨਾਂ ਮੁੱਦਿਆਂ 'ਤੇ ਕੰਪਰੋਮਾਈਜ਼ ਨਹੀਂ ਕੀਤਾ ਅਤੇ ਉਸ ਤਰ੍ਹਾਂ ਆਪਣਾ ਸਭ ਕੁਛ ਐਜੂਕੇਸ਼ਨ ਦੇ ਲਿਹਾਜ਼ ਨਾਲ ਵੀ ਸਭ ਕੁਛ ਬਚਾਇਆ। ਅਤੇ ਅਸੀਂ ਐਜੂਕੇਸ਼ਨ ਦੇ ਤੌਰ 'ਤੇ ਵੀ ਜ਼ਿੰਮੇਵਾਰ ਸੀ ਅਤੇ ਅਸੀਂ ਐਜੀਟੇਸ਼ਨ ਦੇ ਤੌਰ 'ਤੇ ਵੀ ਜ਼ਿੰਮੇਵਾਰ ਸੀ। ਸੋ ਇਹ ਇੱਕ ਚੀਜ਼ ਬਹੁਤ ਨਿਖਰ ਕੇ ਸਾਹਮਣੇ ਆਈ ਸਾਰੀ ਐਜੀਟੇਸ਼ਨ ਦੇ ਵਿੱਚੋਂ। ਅਤੇ ਪੰਜਾਬ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਇੱਕ ਅਨਡਿਸਪਿਊਟਡ ਜਥੇਬੰਦੀ ਬਣ ਗਈ, ਜਿਸ ਵਿੱਚ ਸਟੂਡੈਂਟਸ ਵਿਸ਼ਵਾਸ ਰੱਖਦੇ ਸੀ ਅਤੇ ਉਸ ਨੂੰ ਫੋਲੋ ਕਰਦੇ ਸੀ, ਅਤੇ ਉਸ ਦਾ ਮਾਸ ਬੇਸ ਹੈ ਜੋ ਪੰਜਾਬ ਵਿੱਚ ਬਹੁਤ ਵੱਡਾ ਬਣ ਗਿਆ। ਸੋ ਇਸ ਕਰਕੇ ਵੀ ਮੋਗਾ ਐਜੀਟੇਸ਼ਨ ਦਾ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਦੇ ਵਿੱਚ ਇਨ ਜਨਰਲ ਇੱਕ ਇਤਿਹਾਸਕ ਥਾਂ ਜੋ ਪ੍ਰਾਪਤ ਹੋਇਆ। ਅਤੇ ਉਸ ਤੋਂ ਤਕਰੀਬਨ ਇਸ ਸਮੇਂ ਦੇ ਵਿੱਚ ਹੀ, ਦਸੰਬਰ ਦੇ ਸ਼ੁਰੂ ਦੇ ਵਿੱਚ ਹੀ, ਗੌਰਮੈਂਟ ਨੇ ਜੋ ਸਾਰੇ ਕੇਸ ਸੀ ਉਹ ਸਟੂਡੈਂਟਸ ਤੋਂ ਵਾਪਸ ਲੈ ਲਏ ਅਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਜੋ ਨਹੀਂ ਅਰੈਸਟ ਕੀਤੇ ਸੀ ਉਹਨਾਂ ਦੇ ਕੇਸ ਵੀ ਵਾਪਸ ਲੈ ਲਏ, ਅਤੇ ਅਲਟੀਮੇਟਲੀ ਸਾਰਾ ਕੁਛ ਜੋ ਸਟੂਡੈਂਟਸ ਚਾਹੁੰਦੇ ਸੀ, ਜੋ PSU ਦੀਆਂ ਮੰਗਾਂ ਸੀ, ਅਤੇ ਉਹਨਾਂ ਦੇ ਨਾਲ ਇਹ ਸਾਰਾ ਕੁਛ ਇਸ ਤਰ੍ਹਾਂ ਪੂਰਨ ਹੋਇਆ। ਇਹਦੇ ਵਿੱਚ ਜੋ ਜਥੇਬੰਦੀਆਂ ਜਿਨ੍ਹਾਂ ਨੇ ਐਜੀਟੇਸ਼ਨ ਵਿਦਡਰਾ ਕਰ ਲਈ ਸੀ, ਜਿਸ ਤਰ੍ਹਾਂ AISF ਅਤੇ SFI, ਇਹ ਦੋਨੇ ਜੋ ਜਥੇਬੰਦੀਆਂ ਵਿਦਿਆਰਥੀ ਫਰੰਟ ਦੇ ਉੱਪਰ ਪਛੜ ਚੁੱਕੀਆਂ ਸੀ, ਅਤੇ PSU ਦੀ ਮਕਬੂਲੀਅਤ ਹੈ ਜੋ ਉਹ ਬਹੁਤ ਜ਼ਿਆਦਾ ਹੋ ਗਈ ਸੀ। ਸੋ ਇਸ ਦੇ ਨਾਲ ਸਾਥੀਓ, ਮੈਂ ਇਸ ਨੂੰ ਬਹੁਤ ਬਰੀਫ ਕਰਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਕੁਛ ਤਾਂ ਮੈਨੂੰ ਵੀਡੀਓ ਸੇਵ ਕਰਨ, ਅਪਲੋਡ ਕਰਨ ਅਤੇ ਇਹਦੀਆਂ ਪ੍ਰੋਬਲਮਾਂ ਦੇ ਵਿੱਚੋਂ ਦੀ ਮੈਂ ਸਟਰਗਲ ਕਰ ਰਿਹਾ। ਅਤੇ ਬਾਕੀ ਇਹ ਹੈ ਕਿ ਕੁਛ ਘਟਨਾਵਾਂ ਜੋ ਆਪਾਂ ਪਹਿਲਾਂ ਬਿਆਨ ਕਰ ਚੁੱਕੇ ਹਾਂ ਦੂਜੀਆਂ ਵੀਡੀਓਜ਼ ਦੇ ਵਿੱਚ, ਉਹਨਾਂ ਨੂੰ ਮੈਂ ਰਿਪੀਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਜਨਰਲ ਐਜੀਟੇਸ਼ਨ ਦਾ ਓਵਰਵਿਊ ਦੇਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਜਿਹਦੇ 'ਚੋਂ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਲੀਡਰਸ਼ਿਪ, ਅਤੇ ਔਰ ਉਹਦੇ ਵਿੱਚੋਂ ਪਾਰਟੀਕੂਲਰਲੀ ਪ੍ਰਿਥੀਪਾਲ ਰੰਧਾਵਾ, ਇਹ ਇੱਕ ਅਨਡਿਸਪਿਊਟਡ ਲੀਡਰ ਸਾਬਤ ਹੋਏ, ਅਤੇ PSU ਅਨਡਿਸਪਿਊਟਡ ਜਥੇਬੰਦੀ ਵਿਦਿਆਰਥੀਆਂ ਦੀ ਰਿਪਰੈਜ਼ੈਂਟੇਟਿਵ ਤੌਰ 'ਤੇ ਸਾਬਤ ਹੋਈ। ਅਤੇ ਇਸ ਦੇ ਤਕਰੀਬਨ ਅੰਤ ਤੱਕ ਸਾਰੇ ਪੰਜਾਬ ਦੇ ਵਿੱਚ PSU ਦੇ ਬਹੁਤ ਯੂਨਿਟ ਬਣ ਚੁੱਕੇ ਸੀ, ਅਤੇ ਉਹ ਯੂਨਿਟ ਨਾਰਮਲੀ ਫੰਕਸ਼ਨ ਕਰਨਾ ਸ਼ੁਰੂ ਹੋ ਚੁੱਕੇ ਸੀ। ਸੋ ਸਾਥੀਓ, ਮੈਂ ਅੱਜ ਦੀ ਵੀਡੀਓ ਇੱਥੇ ਬੰਦ ਕਰਦਾ, ਅਤੇ ਇਸ ਤੋਂ ਅਗਲੀ ਵੀਡੀਓ ਤੱਕ ਤੁਹਾਤੋਂ ਮੈਂ ਇਜਾਜ਼ਤ ਲੈਂਦਾ। ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਾਂਗੇ, ਅਤੇ ਤਦ ਤੱਕ ਸਾਥੀਓ, ਲਾਲ ਸਲਾਮ।